ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਹਿ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਏ। ਅਮਰ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਏ। ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੈ ਪ੍ਰਭੂ, ਹਰ ਦਰਗਾਹ ਕਾ ਬਸੀਠ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਗਿਆਨ ਦੇ ਸਾਗਰ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਹੈ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਗੁਰੂਆਂ ਬਾਬਿਆਂ ਦਾ ਇਤਿਹਾਸ ਮਨੁੱਖ ਦੇ ਜੀਵਨ ਨੂੰ ਸਵਾਰਨ ਲਈ ਹੈ। ਕੌਮਾਂ ਦੀ ਰੀੜ੍ਹ ਦੀ ਹੱਡੀ ਦੀ ਨਿਆਈ ਹੁੰਦਾ ਹੈ। ਕੌਮਾਂ ਨੂੰ ਮਜ਼ਬੂਤ ਕਰਨ ਵਾਸਤੇ ਇਤਿਹਾਸ ਕੌਮਾਂ ਦਾ ਜੀਵਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਨਵਾਂ ਹੁਨਰ, ਨਵੀਂ ਵਿਚਾਰ ਅਤੇ ਨਵਾਂ ਜੋਸ਼ ਭਰਦਾ ਹੈ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦਾ ਅਸੀਂ ਅੱਜ ਜੀਵਨ ਇਤਿਹਾਸ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਪਿਆਰਿਓ, ਗੁਰ ਇਤਿਹਾਸ ਦੀ ਆਰੰਭਤਾ ਤੋਂ ਪਹਿਲਾਂ ਆਓ ਸਰਬੱਤ ਸੰਗਤਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਬੁਲਾਓ, ਤਾਂ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੂਹਾਨੀਅਤ ਭਰੇ ਜੀਵਨ ਨੂੰ ਅਸੀਂ ਵਿਚਾਰ ਸਕੀਏ। ਸਰਬੱਤ ਮਾਈ ਭਾਈ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਇਹ ਬਚਨ ਆਏ ਹਨ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਧਾਪੀ ਚਾਦਰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਇਸ ਸੰਸਾਰ 'ਤੇ ਪ੍ਰਗਟ ਹੋਏ ਨੇ, ਉਹਨਾਂ ਦਾ ਮਨੋਰਥ ਧਰਮ ਦੀ ਲਾਜ ਰੱਖਣਾ, ਉਹਨਾਂ ਦੀ ਸ਼ਹਾਦਤ, ਉਹਨਾਂ ਦਾ ਜੀਵਨ ਇਸੇ ਹੀ ਪ੍ਰਥਾਏ ਸਾਰਾ ਜੀਵਨ ਉਹਨਾਂ ਨੇ ਜਿਉਂ ਕੇ ਵਿਖਾਇਆ ਹੈ, ਬਤੀਤ ਕਰਕੇ ਵਿਖਾਇਆ ਹੈ। ਆਪਾਂ ਪੜ੍ਹਦੇ ਹਾਂ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਗੁਰੂ ਤੇਗ ਬਹਾਦਰ ਸਾਹਿਬ ਐਸੀ ਸ਼ਖਸੀਅਤ ਹਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਮੀਰੀ ਪੀਰੀ ਦੇ ਮਾਲਕ, ਦੋ ਤਲਵਾਰਾਂ ਧਾਰਨ ਕਰਨ ਵਾਲੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਉਸਾਰਨ ਵਾਲੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਘਰ ਪੰਜਵੇਂ ਪੁੱਤਰ ਦੇ ਰੂਪ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਕੇ ਮਹਿਲ ਅਸਥਾਨ ਦੇ ਉੱਤੇ ਮਾਤਾ ਨਾਨਕੀ ਦੀ ਕੁੱਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ। ਤੇ ਗੁਰੂ ਪਿਆਰਿਓ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਸ ਵਕਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, ਅੰਮ੍ਰਿਤ ਵੇਲਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਸਾ ਜੀ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ। ਇੱਕ ਸਿੱਖ ਨੇ ਆ ਕੇ ਸਤਿਗੁਰੂ ਮਹਾਰਾਜ ਨੂੰ ਦੱਸਿਆ ਕਿ ਸਤਿਗੁਰੂ ਪਾਤਸ਼ਾਹ ਜੀ, ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਹੈ, ਪ੍ਰਕਾਸ਼ ਧਾਰਿਆ ਹੈ। ਤੇ ਸਾਧ ਸੰਗਤ, ਸਤਿਗੁਰੂ ਜੀ ਦਰਬਾਰ ਸਾਹਿਬ ਤੋਂ ਗੁਰੂ ਕੇ ਮਹਿਲ ਆਪਣੇ ਘਰ ਪਹੁੰਚੇ ਅਤੇ ਪੁੱਤਰ ਨੂੰ ਆਪਣੇ ਹੱਥਾਂ 'ਤੇ ਚੁੱਕਿਆ ਤੇ ਸਤਿਗੁਰੂ ਮਹਾਰਾਜ ਨੇ ਨਾਮ ਦਿੱਤਾ ਤਿਆਗ ਮੱਲ। ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਨਾਮ ਹੈ ਤਿਆਗ ਮੱਲ। 1621 ਦੇ ਵਿੱਚ ਸਤਿਗੁਰੂ ਦਾ ਪ੍ਰਕਾਸ਼ ਹੋਇਆ। ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਪੰਜਵੇਂ ਸਪੁੱਤਰ ਹਨ। ਉਹਦੇ ਤੋਂ ਪਹਿਲਾਂ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਅਤੇ ਪੰਜਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ ਪਹਿਲਾ ਨਾਮ ਤਿਆਗ ਮੱਲ ਹੈ। ਇਹਨਾਂ ਪੰਜਾਂ ਭਰਾਵਾਂ ਦੀ ਇੱਕ ਭੈਣ ਹੈ ਗੁਰਮੁਖੋ, ਉਹਦਾ ਨਾਮ ਹੈ ਬੀਬੀ ਵੀਰੋ ਜੀ। ਸਾਧ ਸੰਗਤ, ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ 4 ਕੁ ਵਰ੍ਹਿਆਂ ਦੇ ਹੋਏ, ਉਹਨਾਂ ਦੇ ਭਰਾਤਾ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਹੈ। ਤੇ ਸਾਧ ਸੰਗਤ, ਇਸ ਗੱਲ ਨੂੰ ਜਦੋਂ ਅਸੀਂ ਹਿਸਟਰੀ 'ਚੋਂ ਪੜ੍ਹੀਏ, ਇਤਿਹਾਸ 'ਚੋਂ ਪੜ੍ਹੀਏ, ਸਾਨੂੰ ਪਤਾ ਲੱਗਦਾ ਹੈ ਕਿ ਸਤਿਗੁਰੂ
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿੰਨੀ ਉੱਚੀ ਸ਼ਖਸੀਅਤ ਹਨ। ਬੇਸ਼ੱਕ ਗੁਰੂ ਹਰਗੋਬਿੰਦ ਮਹਾਰਾਜ ਨੇ ਨਾਮ ਤਿਆਗਮਲ ਰੱਖਿਆ ਹੈ ਪਹਿਲਾ, ਪਰ ਤਿਆਗਮਲ ਕੱਲਾ ਨਾਮ ਨਹੀਂ, ਸਤਿਗੁਰੂ ਦੇ ਅੰਦਰ ਤਿਆਗਣ ਵਾਲੀ ਭਾਵਨਾ ਵੀ ਹੈ। ਕਿਸੇ ਗਰੀਬ ਗੁਰਬੇ ਦੀ ਖਾਤਰ ਆਪਣੇ ਆਪ ਤੋਂ ਵੱਧ ਕੇ ਦੂਜੇ ਬਾਰੇ ਸੋਚਣ ਦੀ ਸੋਚ 4 ਵਰ੍ਹਿਆਂ ਦੇ ਬੱਚੇ ਦੇ ਵਿੱਚ ਆ ਜਾਣੀ, ਇਹ ਕੋਈ ਅਤ ਕਥਨੀ ਵਾਲੀ ਗੱਲ ਨਹੀਂ। ਇਹ ਤਾਂ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਸਤ ਸੰਗਤ ਵਿੱਚੋਂ ਮਿਲਿਆ ਹੋਇਆ ਸੁਨੇਹਾ ਹੈ ਸਰਬੱਤ ਦੇ ਭਲੇ ਵਾਲਾ। ਆਪਾਂ ਪੜ੍ਹਦੇ ਹਾਂ ਸਤਿਗੁਰੂ 4 ਵਰ੍ਹਿਆਂ ਦੇ ਆ ਤੇ ਮਹਾਰਾਜ ਪਾਤਸ਼ਾਹ ਜੀ ਨੂੰ ਮਾਤਾ ਨਾਨਕੀ ਜੀ ਨੇ ਬੜਾ ਸੁੰਦਰ ਤਿਆਰ ਕੀਤਾ। ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੈ, ਵਿਆਹ ਹੈ, ਤੇ ਮਹਾਰਾਜ ਪਾਤਸ਼ਾਹ ਜੀ ਨੂੰ ਕੈਂਠਾ ਪਵਾਇਆ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੋਹਣੀ ਪੁਸ਼ਾਕ ਪਾਈ ਗਈ। ਮਹਾਰਾਜ ਬੱਚਿਆਂ 'ਚ ਖੇਡਣ ਚਲੇ ਗਏ। ਇੱਕ ਬੱਚਾ ਠੰਡ ਦੇ ਦਿਨ ਹਨ ਤੇ ਉਹ ਬੱਚਾ ਵਿਲਕ ਰਿਹਾ ਏ, ਠੰਡ ਦੇ ਕਰਕੇ ਕੰਬ ਰਿਹਾ ਏ, ਤੇ ਸਤਿਗੁਰੂ ਮਹਾਰਾਜ ਉਹਦੇ ਪਿੰਡੇ ਵੱਲ ਵੇਖਦੇ, ਉਹਦੇ ਪਿੰਡੇ 'ਤੇ ਕੱਪੜਾ ਕੋਈ ਨਹੀਂ, ਤੇ ਮਹਾਰਾਜ ਪੁੱਛਦੇ ਆ ਤੂੰ ਕੱਪੜੇ ਕਿਉਂ ਨਹੀਂ ਪਾਏ, ਤੇਰੀ ਮਾਤਾ ਨੇ ਤੈਨੂੰ ਕਿਉਂ ਨਹੀਂ ਗਰਮ ਕੱਪੜੇ ਪਵਾਏ। ਤੇ ਉਸ ਵਕਤ ਉਸ ਬੱਚੇ ਦਾ ਜਵਾਬ, ਕਿਹੜੀ ਮਾਂ ਨਹੀਂ ਚਾਹੁੰਦੀ ਕਿ ਮੇਰਾ ਪੁੱਤਰ ਜਿਹੜਾ ਏ ਉਹ ਵਧੀਆ ਕੱਪੜੇ ਪਹਿਨੇ, ਵਧੀਆ ਸਾਫ ਸੁਥਰੇ ਕੱਪੜੇ ਪਾਏ, ਪਰ ਸਾਡੇ ਘਰ ਹਾਲਾਤ ਇਹੋ ਜਿਹੇ ਆ, ਸਾਨੂੰ ਤੇ ਖਾਣ ਜੋਗੀ ਰੋਟੀ ਮਸਾਂ ਜੁੜ ਰਹੀ ਆ, ਕੱਪੜੇ ਲੈਣ ਦੀ ਤਾਂ ਸਾਡੀ ਔਕਾਤ ਕੋਈ ਨਹੀਂ। ਤੇ ਗੁਰਮੁਖੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਤਿਆਗ ਮਲ ਦੇ ਰੂਪ ਵਿੱਚ ਤਿਆਗ ਦੀ ਭਾਵਨਾ ਪ੍ਰਗਟ ਕਰਨ ਵਾਲੇ ਸਤਿਗੁਰੂ ਮਹਾਰਾਜ ਆਪਣੇ ਗਲ ਵਿੱਚ ਪਾਇਆ ਕੈਂਠਾ ਉਸ ਬੱਚੇ ਦੇ ਗਲ ਵਿੱਚ ਪਾ ਦਿੰਦੇ ਆ। ਆਪਣੇ ਤਨ 'ਤੇ ਪਾਈ ਹੋਈ ਪੁਸ਼ਾਕ ਉਸ ਬੱਚੇ ਦੇ ਤਨ 'ਤੇ ਪਾ ਦਿੰਦੇ ਆ ਤੇ ਮਹਾਰਾਜ ਆਪ ਵਾਪਸ ਆ ਜਾਂਦੇ ਆ। ਨੰਗੇ ਪਿੰਡੇ ਜਦੋਂ ਵਾਪਸ ਆਏ, ਮਾਤਾ ਨਾਨਕੀ ਵੇਖੋ 2 ਤਰ੍ਹਾਂ ਦੀ ਝਿੜਕ ਹੁੰਦੀ ਹੈ। ਇੱਕ ਮਾਂ ਝਿੜਕਦੀ ਹੈ ਗਲਤ ਕਾਰਜ ਵਾਸਤੇ, ਇੱਕ ਮਾਂ ਝਿੜਕਦੀ ਹੈ ਮਮਤਾ ਵਿੱਚੋਂ। ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਘਰ ਆਏ ਤੇ ਸਤਿਗੁਰੂ ਮਹਾਰਾਜ ਜੀ ਦੀ ਬਾਂਹ ਫੜ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਕੋਲ ਲੈ ਕੇ ਗਏ। ਕਹਿਣ ਲੱਗੇ, ਆ ਵੇਖ ਲਓ ਤੁਹਾਡਾ ਛੋਟਾ ਸਾਹਿਬਜ਼ਾਦਾ ਇਹ ਕੀ ਕਰ ਰਿਹਾ ਹੈ, ਇਹ ਜੋ ਵੀ ਆਪਣੇ ਤਨ ਉੱਤੇ ਪੁਸ਼ਾਕ ਜਿਹੜੀ ਪਾਈ ਹੈ ਉਹ ਕਿਸੇ ਗਰੀਬ ਬੱਚੇ ਨੂੰ ਦੇ ਆਇਆ ਹੈ। ਤੇ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਝਿੜਕਿਆ ਨਹੀਂ, ਮਹਾਰਾਜ ਮੁਸਕਰਾਏ ਤੇ ਮਾਤਾ ਨਾਨਕੀ ਜੀ ਕਹਿਣ ਲੱਗੇ ਤੁਸੀਂ ਮੁਸਕਰਾ ਰਹੇ ਜੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਕਿ ਇਸ ਬੱਚੇ ਦੇ ਤਨ ਦੇ ਉੱਤੇ ਜੇ ਅੱਜ ਇਸ ਨੇ ਕਿਸੇ ਗਰੀਬ ਦੀ ਮਦਦ ਕੀਤੀ, ਉਸ ਬੱਚੇ ਨੂੰ ਆਪਣੀ ਪੁਸ਼ਾਕ ਦੇ ਆਇਆ ਏ, ਇਹ ਜੀਵਨੀ ਦੱਸ ਰਹੀ ਹੈ, ਇਹਦੀ ਇਹ ਸੋਚ ਦੱਸ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਧਰਮ ਦੀ ਰੱਖਿਆ ਕਰੇਗਾ ਔਰ ਧਰਮ ਦੀ ਚਾਦਰ ਬਣ ਜਾਵੇਗਾ, ਧਰਮ ਦੀ ਲਾਜ ਰੱਖੇਗਾ। ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਇਹ ਸਾਰੇ ਬਰਤਾਂਤ ਨੂੰ ਤੱਕ ਰਹੇ ਆ, ਸੋਚ ਨੂੰ ਤੱਕ ਰਹੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਜਿਹੜਾ ਪਹਿਲਾ ਨਾਮ ਹੈ ਤਿਆਗ ਮਲ, ਕੱਲਾ ਨਾਮ ਨਹੀਂ, ਆਪਣੇ ਮਨ ਵਿੱਚ ਤਿਆਗ ਦੀ ਭਾਵਨਾ ਵੀ ਉਹਨਾਂ ਨੇ ਪ੍ਰਗਟ ਕੀਤੀ ਹੋਈ ਹੈ। ਗੁਰਮੁਖੋ, ਇਹ ਵਿਚਾਰ ਸਰਬੱਤ ਦੇ ਭਲੇ ਵਾਲੀ ਹਰ ਸਿੱਖ ਨੂੰ ਮਿਲਦੀ ਹੈ। ਇਹ ਬੇਸ਼ੱਕ ਇਹਦੇ 'ਤੇ ਅਮਲ ਕੋਈ ਕਰਦਾ ਹੈ। ਆਪਾਂ ਰੋਜ਼ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਤੇਗ ਬਹਾਦਰ ਸਾਹਿਬ ਨੇ 4.5 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਇਸ ਵਿਚਾਰ ਨੂੰ ਅਮਲੀ ਰੂਪ ਵਿੱਚ ਪ੍ਰਗਟ ਕਰ ਦਿੱਤਾ, ਮਦਦ ਕੀਤੀ ਕਿਸੇ ਗਰੀਬ ਦੀ। ਇੱਥੋਂ ਸਿੱਧ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਤੇ ਸ਼ਖਸੀਅਤ ਬਹੁਤ ਉੱਚੀ ਹੈ। ਗੁਰਮੁਖੋ, ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤਿਆਗ ਮਲ ਹੈ ਨਾਮ, ਤੇ ਮਹਾਰਾਜ ਪਾਤਸ਼ਾਹ ਜੀ 1632 ਵਿੱਚ ਲਾਲ ਚੰਦ ਦੇ ਲੜਕੀ ਗੁਜਰੀ ਜੀ ਦੇ ਨਾਲ ਉਹਨਾਂ ਦਾ ਆਨੰਦ ਕਾਰਜ ਹੋਇਆ ਅਤੇ ਉਹਨਾਂ ਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸੱਸ ਦਾ ਨਾਂ ਬੀਬੀ ਬਿਸ਼ਨ ਕੌਰ ਹੈ ਅਤੇ ਸਤਿਗੁਰੂ ਮਹਾਰਾਜ ਜੀ ਦਾ ਸਹੁਰਾ ਪਰਿਵਾਰ ਕਰਤਾਰਪੁਰ ਜਲੰਧਰ ਵਾਲੇ ਅਸਥਾਨ 'ਤੇ ਹੈ। ਮਹਾਰਾਜ ਪਾਤਸ਼ਾਹ ਜੀ ਜਲੰਧਰ ਚਲੇ ਜਾਂਦੇ ਹਨ, ਕਰਤਾਰਪੁਰ ਉਸ ਅਸਥਾਨ 'ਤੇ ਪੁੱਜ ਜਾਂਦੇ ਹਨ। ਉੱਥੇ ਬੜੀ ਵੱਡੀ ਜੰਗ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੋਈ। ਆਪਾਂ ਪੜ੍ਹਦੇ ਹਾਂ 4 ਜੰਗਾਂ ਹੋਈਆਂ ਤੇ ਸਤਿਗੁਰੂ ਮਹਾਰਾਜ ਜੀ ਦੀ ਜੰਗ ਹੋ ਰਹੀ ਆ ਤੇ ਉਸ ਜੰਗ ਦੇ ਵਿੱਚ ਇੱਥੋਂ ਪਤਾ ਲੱਗਦਾ ਏ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਦਾ। ਅੱਜ ਤਿਆਗ ਮਲ ਦੇ ਰੂਪ ਵਿੱਚ ਜੰਗੇ ਮੈਦਾਨ ਵਿੱਚ ਤੇਗ ਦੇ ਜੌਹਰ ਵਿਖਾ ਰਹੇ ਆ ਤੇ ਜਦੋਂ ਜੰਗ ਜਿੱਤੀ ਗਈ ਤੇ ਸਾਧ ਸੰਗਤ ਉਸ ਸਮੇਂ ਦੀ ਘਟਨਾ ਹੈ। ਜੰਗ ਦੇ ਵਿੱਚ ਸਤਿਗੁਰੂ ਮਹਾਰਾਜ ਤੇਗ ਦੇ ਜੌਹਰ ਵਿਖਾ ਰਹੇ ਆ
ਤੇ ਬਹੁਤ ਸ਼ਾਮ ਪੈ ਗਈ ਤੇ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਕੋਠੇ ਤੇ ਚੜ੍ਹ ਕੇ ਤੱਕ ਰਹੇ ਆ ਜੰਗ ਨੂੰ। ਤੇ ਜਦੋਂ ਤੱਕ ਰਹੇ ਆ ਜੰਗ ਨੂੰ, ਉਸ ਸਮੇਂ ਇੱਕ ਘਟਨਾ ਵਾਪਰੀ। ਮਾਤਾ ਨਾਨਕੀ ਦੇ ਮਨ ਵਿੱਚ ਆਇਆ, ਕਿਉਂਕਿ ਮਾਂ ਹੈ, ਮਾਂ ਦੇ ਮਨ ਵਿੱਚ ਇਹ ਸੁਭਾਵਿਕ ਗੱਲਾਂ ਆਉਂਦੀਆਂ ਨੇ। ਮਾਂ ਦੇ ਮਨ ਵਿੱਚ ਆਇਆ, ਮੇਰਾ ਪੁੱਤਰ ਬੜੀ ਦੇਰ ਤੋਂ ਲੜ ਰਿਹਾ ਏ, ਜੰਗੇ ਮੈਦਾਨ ਵਿੱਚ ਆਪਣੇ ਜੌਹਰ ਵਿਖਾ ਰਿਹਾ ਏ। ਇੱਕ ਸਿੱਖ ਨੂੰ ਸੁਨੇਹਾ ਲਾ ਦਿੱਤਾ ਕਿ ਜਾ ਸਿੱਖਾ, ਜਾ ਕੇ ਇੱਕ ਗੱਲ ਕਹੀਂ ਮੇਰੇ ਪੁੱਤਰ ਨੂੰ ਕਿ ਤੂੰ ਘਰ ਵਾਪਸ ਆ ਜਾ। ਜਦੋਂ ਇੰਨੀ ਗੱਲ ਸਿੱਖ ਨੇ ਆ ਕੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਤਿਆਗ ਮੱਲ ਜੀ ਨੂੰ ਆਖੀ ਨਾ ਭਈ ਤੁਸੀਂ ਘਰ ਵਾਪਸ ਆ ਜਾਓ। ਮਾਤਾ ਨਾਨਕੀ ਜੀ ਕਹਿ ਰਹੇ ਆ, ਬੜੇ ਚਿਰ ਤੋਂ ਤੁਸੀਂ ਜੰਗੇ ਮੈਦਾਨ ਵਿੱਚ ਲੜ ਰਹੇ ਜੇ। ਤੇ ਜਵਾਬ ਜੋ ਆਉਂਦਾ ਏ ਉਹ ਜਵਾਬ ਬੜਾ ਪਿਆਰਾ ਹੈ। ਕਹਿਣ ਲੱਗੇ, ਜਾ ਕੇ ਮਾਤਾ ਜੀ ਨੂੰ ਆਖ ਦਿਓ, ਸੂਰਮਾ ਦੋ ਹੀ ਤਰੀਕਿਆਂ ਨਾਲ ਵਾਪਸ ਆਉਂਦਾ ਏ। ਇੱਕ ਤੇ ਸ਼ਹੀਦ ਹੋ ਕੇ ਵਾਪਸ ਆਉਂਦਾ ਏ, ਦੂਜਾ ਵਿਜੇ ਪ੍ਰਾਪਤ ਕਰਕੇ ਜੰਗ ਜਿੱਤ ਕੇ ਵਾਪਸ ਆਉਂਦਾ ਏ। ਜਿਹੜਾ ਜੰਗ ਦੇ ਵਿੱਚੋਂ ਭੱਜ ਜਾਏ ਉਹਨੂੰ ਲੋਕ ਸੂਰਮਾ ਨਹੀਂ ਕਹਿੰਦੇ, ਉਹਨੂੰ ਲੋਕ ਕਾਇਰ ਕਹਿੰਦੇ ਆ। ਇਸ ਕਰਕੇ ਸੂਰਮਾ ਦੋ ਹੀ ਤਰੀਕਿਆਂ ਨਾਲ ਮਾਤਾ ਜੀ ਨੂੰ ਸੁਨੇਹਾ ਲਾ ਦਿਓ ਕਿ ਦੋ ਹੀ ਤਰੀਕਿਆਂ ਨਾਲ ਵਾਪਸ ਆਉਂਦਾ ਏ। ਗੁਰਮੁਖੋ, ਉੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਦਾ ਪਤਾ ਲੱਗਦਾ ਹੈ। ਉਹ ਇਕੱਲੇ ਤਿਆਗ ਮੱਲ ਦੇ ਰੂਪ ਵਿੱਚ ਤਿਆਗ ਦੀ ਭਾਵਨਾ ਪ੍ਰਗਟ ਕਰਨ ਵਾਲੇ ਨਹੀਂ, ਉਹ ਤੇਗ ਦੇ ਜੌਹਰ ਵਿਖਾ ਕੇ, ਤੇਗ ਦੇ ਧਨੀ ਹਨ, ਤੇਗ ਦੇ ਜੌਹਰ ਵਿਖਾ ਕੇ ਜੰਗੇ ਮੈਦਾਨ ਵਿੱਚ ਜਿੱਤ ਦੀ ਪ੍ਰਾਪਤੀ ਦੀ ਲਕਸ਼ ਵੱਲ ਵੱਧਦੇ ਹਨ ਜਾਂ ਸ਼ਹਾਦਤ ਨੂੰ ਸਮਰਪਿਤ ਹੋ ਸਕਦੇ ਹਨ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਜੰਗ ਦੇ ਵਿੱਚ ਤੇਗ ਦੇ ਜੌਹਰ ਵਿਖਾਉਂਦੇ ਹਨ, ਜੰਗ ਜਿੱਤੀ ਜਾਂਦੀ ਹੈ। ਗੁਰੂ ਹਰਗੋਬਿੰਦ ਮਹਾਰਾਜ ਜਿਹੜੇ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੇ ਬਹਾਦਰੀ ਨਾਲ ਲੜੇ, ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਖਿਤਾਬ ਦੇ ਰਹੇ ਆ। ਜਦੋਂ ਬਾਬਾ ਤਿਆਗ ਜੀ ਦੀ ਗੱਲ ਆਈ ਤੇ ਮਹਾਰਾਜ ਨੇ ਬਾਬਾ ਤਿਆਗ ਜੀ ਨੂੰ ਕੋਲ ਸੱਦਿਆ। ਬਾਬਾ ਤਿਆਗ ਮੱਲ ਜੀ ਨੂੰ ਕੋਲ ਸੱਦ ਕੇ ਆਖਿਆ, ਤੇਰਾ ਨਾਮ ਤਿਆਗ ਮੱਲ ਤਾਂ ਹੈ, ਤੇਰੇ ਨਾਮ ਵਿੱਚ ਤਿਆਗ ਵਾਲੀ ਭਾਵਨਾ ਤਾਂ ਹੈ, ਪਰ ਤੇਰੇ ਅੰਦਰ ਤਾਂ ਤੇਗ ਦੇ, ਤੂੰ ਤਾਂ ਤੇਗ ਦਾ ਧਨੀ ਵੀ ਆ ਤੇ ਤੇਰੇ ਅੰਦਰ ਸ਼ਸਤਰ ਵਿਦਿਆ ਵੀ ਗੂੜ ਗੂੜ ਕੇ ਭਰੀ ਆ। ਇਸ ਕਰਕੇ ਤੂੰ ਤਾਂ ਤੇਗ ਬਹਾਦਰ ਹੈ। ਸਾਧ ਸੰਗਤ, ਅੱਜ ਤਿਆਗ ਮੱਲ ਤੋਂ ਨਾਮ ਤੇਗ ਬਹਾਦਰ ਪਿਆ ਤੇ ਤੇਗ ਬਹਾਦਰ ਇੱਥੋਂ ਨਾਮ ਜਿਹੜਾ ਸਤਿਗੁਰੂ ਦਾ ਪ੍ਰਸਿੱਧ ਹੋਇਆ। ਮਹਾਰਾਜ ਪਾਤਸ਼ਾਹ ਜੀ ਕਰਤਾਰਪੁਰ ਤੋਂ ਪਰਿਵਾਰ ਸਮੇਤ ਕੀਰਤਪੁਰ ਚਲੇ ਗਏ। ਇੱਥੇ ਕੀਰਤਪੁਰ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਕੁਝ ਚੀਜ਼ਾਂ ਮਾਤਾ ਨਾਨਕੀ ਜੀ ਨੂੰ ਦੇ ਕੇ ਬਾਬੇ ਬਕਾਲੇ ਜਾਣ ਲਈ ਸੁਨੇਹਾ ਲਾ ਦਿੱਤਾ। ਇੱਥੋਂ ਸਤਿਗੁਰੂ ਮਹਾਰਾਜ ਜੀ ਦੀ ਮਾਤਾ ਨਾਨਕੀ ਜੀ ਦੀ ਝੋਲੀ ਵਿੱਚ ਇੱਕ ਕਟਾਰ ਪਈ, ਇੱਕ ਗੁਟਕਾ ਸਾਹਿਬ ਪਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਰੁਮਾਲ ਦਿੱਤਾ। ਇਹਨੂੰ ਵਿਦਵਾਨ ਸੱਜਣ ਕਹਿੰਦੇ ਆ ਕਿ ਇਹੀ ਕਟਾਰ ਜਿਹੜੀ ਹੈ ਤੇਗ ਦਾ ਇੱਕ ਰੂਪ ਹੈ। ਇਹੀ ਗੁਟਕਾ ਸਾਹਿਬ ਤਿਆਗ ਦੀ ਭਾਵਨਾ ਪ੍ਰਗਟ ਕਰਨ ਵਾਲਾ ਹੈ, ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲਾ ਹੈ। ਤੇ ਇਹੀ ਜਿਹੜਾ ਰੁਮਾਲ ਹੈ ਉਹ ਚਾਦਰ ਦਾ ਰੂਪ ਬਣਦਾ ਹੈ। ਜਿਸ ਵਕਤ ਇਸ ਭਾਰਤ ਦੇ ਉੱਤੇ ਅੱਤ ਦਾ ਜ਼ੁਲਮੀ ਰਾਜਾ ਔਰੰਗਜ਼ੇਬ ਜ਼ੁਲਮ ਕਮਾ ਰਿਹਾ ਹੈ, ਉਸ ਦੇ ਜ਼ੁਲਮ ਨੂੰ ਠੱਲਣ ਵਾਸਤੇ, ਧਰਮੀਆਂ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਤਨ ਦੀ ਚਾਦਰ ਜਿਹੜੀ ਬਣਾਉਂਦੇ ਆ, ਆਪਣੇ ਆਪ ਨੂੰ ਕੁਰਬਾਨ ਕਰਕੇ ਇਹਨਾਂ ਦੇ ਧਰਮ ਦੀ ਲਾਜ ਰੱਖਦੇ ਆ। ਇਹਨਾਂ ਤਿੰਨਾਂ ਚੀਜ਼ਾਂ ਦਾ ਪ੍ਰਤੀਕ ਤੇ ਭਾਵਨਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹੀ ਹੈ। ਜਦੋਂ ਮਾਤਾ ਨਾਨਕੀ ਜੀ ਨੂੰ ਇਹ ਚੀਜ਼ਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤੀਆਂ, ਬਾਬੇ ਬਕਾਲੇ ਦੀ ਧਰਤੀ ਤੇ ਆ ਗਏ। ਬਾਬੇ ਬਕਾਲੇ ਦੀ ਧਰਤੀ ਉਹ ਧਰਤੀ ਆ ਜਿੱਥੇ ਸਤਿਗੁਰੂ ਨੇ ਬੰਦਗੀ ਕੀਤੀ। ਲੰਮਾ ਸਮਾਂ ਰਹਿ ਕਰਕੇ ਸਤਿਗੁਰੂ ਮਹਾਰਾਜ ਨੇ ਭਗਤੀ ਨੂੰ ਮਾਨਤਾ ਦਿੰਦੇ ਹੋਏ ਪਰਮੇਸ਼ਰ ਦੇ ਗੁਣ ਗਾਉਣ ਵਾਸਤੇ ਉਸ ਪਾਵਨ ਜਗ੍ਹਾ ਨੂੰ ਚੁਣਿਆ। ਗੁਰੂ ਤੇਗ ਬਹਾਦਰ ਸਾਹਿਬ ਉਸ ਜਗ੍ਹਾ ਤੇ ਠਹਿਰੇ, ਲੰਮਾ ਸਮਾਂ ਠਹਿਰੇ। ਸਤਿਗੁਰੂ ਮਹਾਰਾਜ ਨੇ ਉਸੇ ਜਗ੍ਹਾ ਤੋਂ, ਯਾਦ ਰੱਖੋ, ਧਰਮ ਪ੍ਰਚਾਰ ਵੀ ਆਸ-ਪਾਸ ਦੇ ਪਿੰਡਾਂ ਵਿੱਚ ਕੀਤਾ, ਸਿੱਖੀ ਵਧੀ ਫੁੱਲੀ ਵੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇੱਕ ਐਸੀ ਸ਼ਖਸੀਅਤ ਬਾਬੇ ਬਕਾਲੇ ਦੀ ਧਰਤੀ ਤੇ ਬਣ ਗਏ ਸਨ ਜਿਹੜੇ ਦੁਨੀਆ ਨੂੰ ਸੁਨੇਹਾ ਦੇ ਰਹੇ ਸਨ ਕਿ ਭਾਈ ਪਰਮੇਸ਼ਰ ਦੀ ਬੰਦਗੀ ਕਰੋ, ਪਰਮੇਸ਼ਰ ਦੀ ਇਬਾਦਤ ਕਰੋ। ਤੁਹਾਡੇ ਜੀਵਨ ਦਾ ਮਨੋਰਥ, ਤੁਹਾਡੇ ਜੀਵਨ ਦਾ ਮਕਸਦ ਅਕਾਲ ਪੁਰਖ ਦੀ ਬੰਦਗੀ ਹੈ। ਤੇ ਜਦੋਂ ਮਨੁੱਖ ਵੇਖਦੇ ਨਾ, ਵੀ ਮਨੁੱਖ ਦੇ ਜੀਵਨ ਨੂੰ ਟੋਹ ਕੇ ਵੇਖਦੇ ਆ, ਤੇ ਮਹਾਰਾਜ ਇਸ਼ਾਰਾ ਕਰਕੇ ਕਹਿੰਦੇ ਆ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ,
महाराज कहते तुसी गोबिंद दे उस वाहिगुरु दे गुण नहीं गाए, उस अकाल पुरख दे गुणां विच तुसी चित नहीं जोड़िया, मन बिरती नहीं जोड़ी, तुसी तां जन्म व्यर्थ गवा रहे जे। बाबे बकाले दी धरती जिहड़ी है गुरमुखो इस गल का सुनेहा दिंदी है कि तुसी परमेश्वर की इबादत करनी है, परमेश्वर की आराधना करनी है, तुहाडे जीवन का मकसद है। जेड़ा बाबे बकाले की धरती ते अज भी दर्शन करता है, वो धरती गुरु तेग बहादुर साहब के चरण परसन वाली धरती अज भी कूक कूक के ही गल कहती है, तेरे जीवन का मकसद रब की बंदगी करना है, परमेश्वर की इबादत करना है, अकाल पुरख के गुण गाने आ। उस समय नूं समझ ते महाराज पातशाह जी ने उस जगह ते रह के सतगुरु महाराज ने अकाल पुरख की बंदगी की। बड़ियां वड्डियां करवटां जिहड़ियां ने राजसी धार्मिक ते राजसी तौर ते बदलियां। महाराज ने बड़ी नीज ला के इन्हां सारे बरतांत नूं तक्किया है। गुरु तेग बहादुर साहब महाराज एक पासे बंदगी कर रहे आ, उस समय गुरु हर राय साहब जी गुरता गद्दी गुरु हरकृष्ण साहब जी नूं सौंप जाते आ। गुरु हरकृष्ण साहब अपने समय विच धर्म प्रचार करते, गरीब गुरबे की बांह फड़ते हुए सतगुरु जदों दिल्ली दे विच जदों बीमारी फैली है तो उन्हां लोकां दी बांह फड़न वास्ते पुजे आ। ते महाराज पातशाह जी भी खुद धन गुरु हरकृष्ण पातशाह महाराज उस बीमारी का शिकार होए ते महाराज सतगुरु पातशाह जी ज्योति जोत समाउण तो पहला दरगाही मल नूं अते होर संगतां नूं एक सुनेहा लाउंदे आ, बाबा बसे ग्राम बकाले। इशारा कर दिता कि हुण गुरता गद्दी की जिहड़ी जिम्मेवारी है वो गुरु हरगोबिंद साहब जी दे सब तो छोटे साहिबजादे गुरु तेग बहादुर साहब जो साडे रिश्ते विच बाबा जी लगदे आ उन्हां दी आ। ये तकरीबन गुरमुखो 30 मार्च 1664 के लगभग सतगुरु महाराज जी नूं गुरता गद्दी की प्राप्ति हुई। गुरता गद्दी गुरु तेग बहादुर साहब जी नूं मिल चुकी है। पर जदों ये शब्द सुनिया ना बाबा बसे ग्राम बकाले, क्योंकि महाराज गुरु हरकृष्ण साहब जी ने तो एक सुनेहा ला दिता, पर यह सुनेहा सुनदियां सार ही बहुते भेखी ते बहुते पखंडी ਜਿਹੜੇ ਗੁਰੂ ਬਣਨ ਦਾ ਦਾਅਵਾ ਕਰਦੇ ਆ ਉਹ ਆਣ ਕੇ ਬਾਬੇ ਬਕਾਲੇ ਬੈਠ ਗਏ। ਉਹਨਾਂ ਚੋਂ ਧੀਰ ਮੱਲ ਉਹ ਵੀ ਉੱਥੇ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ। 22 ਮੰਜੀਆਂ ਲੱਗ ਗਈਆਂ, 22 ਪਖੰਡੀ ਆ ਕੇ ਗੁਰੂ ਬਣ ਕੇ ਬੈਠ ਗਏ। ਹੁਣ ਕਿਹੜਾ ਉੱਠੇ ਤੇ ਕਿਹੜਾ ਸੱਚੇ ਗੁਰੂ ਦੀ ਭਾਲ ਕਰੇ, ਕਿਹੜਾ ਇਹ ਦੱਸੇ ਕਿ ਸੱਚਾ ਗੁਰੂ ਕਿਹੜਾ ਏ, ਕਿਹੜਾ ਇਹ ਸਮਝਾਵੇ ਕਿ ਪੂਰਾ ਗੁਰੂ ਕਿਹੜਾ ਏ। ਇਸ ਕਰਕੇ ਅਧੂਰਿਆਂ ਨੇ ਵੀ ਆਪਣੀਆਂ ਜਿਹੜੀਆਂ ਲੈਣਾ ਲਾ ਲੀਆਂ। तो उस समय फिर बाबा मक्खन शाह लुबाणा दरगाही मल ते बाबा मक्खन शाह लुबाणा ये वो सिख ने जेड़े गुरु साहब जी की शख्सियत तो वाकफ ने। एक बेनती करा, अज ते जेड़े बलात्कारी बाबे ना जेड़े जेलों विचों परौल ते आउंदे आ बाहर, वो बाबे आण के करौ जिहड़ी आ आण के बाहर ते अपने चेलियां नूं कुरला कुरला के कह रहे आ असीं गुरु आ, असीं गुरु आ। ਇਹੋ ਜਿਹੇ ਬਥੇਰੇ ਸੀ ਉਸ ਸਮੇਂ ਵੀ ਜਿਹੜੇ ਇਹ ਕਹਿ ਰਹੇ ਆ ਬਾਬੇ ਬਕਾਲੇ ਦੀ ਧਰਤੀ ਤੇ ਜਾ ਕੇ ਕਿ ਅਸੀਂ ਗੁਰੂ ਆ। ਯਾਦ ਰੱਖੋ ਜਿਹੜਾ ਉੱਚੀ ਸ਼ਖਸੀਅਤ ਵਾਲਾ ਗੁਰੂ ਹੈ ਉਹ ਕਦੀ ਵੀ ਆਪਣੇ ਆਪ ਨੂੰ ਗੁਰੂ ਨਹੀਂ ਕਹਿੰਦਾ, ਉਹਨੂੰ ਪਰਖ ਕੇ ਉਹਨੂੰ ਤਾਂ ਸਿੱਖ ਆਪ ਉਹਦੇ ਚੇਲੇ ਆਪ ਕਹਿੰਦੇ ਆ ਵੀ ਇਹ ਅਸਲ ਗੁਰੂ ਹੈ। ਇਹ ਪਖੰਡੀਆਂ ਨੇ ਤਾਂ ਯਾਦ ਰੱਖੋ ਸਿਸਟਮ ਬਣਾ ਲਿਆ ਲੋਕਾਂ ਨੂੰ ਲੁੱਟਣ ਦਾ। ਇਸ ਕਰਕੇ ਅੱਜ ਵੀ ਲੋਕ ਕਈ ਕੁਰਲਾ ਕੁਰਲਾ ਕੇ ਕਹਿ ਰਹੇ ਆ ਮੈਂ ਗੁਰੂ ਆ, ਮੈਂ ਗੁਰੂ ਰਹਿਣਾ ਹੈ। ਇਹੋ ਜਿਹੀਆਂ ਗੱਲਾਂ ਕਈ ਕਰੀ ਬੈਠੇ ਆ। ਯਾਦ ਰੱਖੋ ਗੁਰੂ ਸ਼ਬਦ ਹੈ ਜਿਹਦੇ ਵਿੱਚੋਂ ਸ਼ਬਦ ਦੀ ਝਲਕ ਪਵੇਗੀ। ਗੁਰੂ ਅਸਲ 'ਚ ਉਹ ਹੈ। ਤੇ ਜਦੋਂ ਇਹ ਸ਼ਬਦ ਪੜ੍ਹਦੇ ਆ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀਐ। ਇਸ ਗੱਲ ਨੂੰ ਸਮਝ ਲਈਏ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਜਿਹਦੇ ਮਿਲਾਪ ਵਿੱਚੋਂ ਆਨੰਦ ਪੈਦਾ ਹੋ ਜਾਏ ਅਸਲ 'ਚ ਗੁਰੂ ਹੋਵੇ। ਤੇ ਸਾਧ ਸੰਗਤ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਸਤਿਕਾਰਯੋਗ ਦਰਗਾਹੀ ਮੱਲ ਤੇ ਹੋਰ ਗੁਰੂ ਕੇ ਪਿਆਰੇ ਸਿੱਖ ਇਹ ਐਸੀਆਂ ਸ਼ਖਸੀਅਤਾਂ ਨੇ ਜਿਹੜੀਆਂ ਗੁਰੂ ਸਾਹਿਬ ਜੀ ਦੇ ਬਹੁਤ ਨਜ਼ਦੀਕੀ ਤੌਰ 'ਤੇ ਵਿਚਰਨ ਵਾਲੀਆਂ ਸਨ। ਗੁਰੂ ਸਾਹਿਬ ਜੀ ਨੂੰ ਬਹੁਤ ਨਜ਼ਦੀਕ ਤੇ ਸਮਝਣ ਵਾਲੀਆਂ ਸਨ। ਕਿਉਂਕਿ ਦਰਗਾਹੀ ਮੱਲ ਨੂੰ ਮਹਾਰਾਜ ਨੇ ਇਹ ਗੱਲ ਕਹੀ ਕਿ ਬਾਬਾ ਬਸੇ ਗ੍ਰਾਮ ਬਕਾਲੇ, ਤੇ ਉਹ ਕਿੱਡੀ ਵੱਡੀ ਸ਼ਖਸੀਅਤ ਹੋਏਗਾ। ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਜਿਸ ਸਮੇਂ ਇਸ ਗੱਲ ਦੀ ਪਰਖ ਕਰਦੇ ਆ
ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਖਸੀਅਤ ਤੋਂ ਵਾਕਿਫ ਹੁੰਦੇ ਆ ਤੇ ਇਹ ਉੱਚੀ ਉੱਚੀ ਫਿਰ ਇੱਕ ਗੱਲ ਦਾ ਹੋਕਾ ਦਿੰਦੇ ਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਪਹਿਚਾਣ ਹੋ ਗਈ ਨਾ ਸੱਚੇ ਗੁਰੂ ਦੀ, ਜਦੋਂ ਪਹਿਚਾਣ ਹੋ ਗਈ ਸਾਰੇ ਪਾਸੇ ਢੰਡੋਰਾ ਫੜਾ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਹਨ। ਸਿੱਖ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਬੈਠੀਆਂ ਤੇ ਜਿਹੜੇ ਲੋਕ ਅੰਦਰੋਂ ਖਿਜੇ ਪਏ ਸਨ, ਜਿਨ੍ਹਾਂ ਨੇ ਇਸ ਰਸਤੇ ਨੂੰ, ਗੁਰੂ ਨਾਨਕ ਦੇ ਰਸਤੇ ਨੂੰ ਪਖੰਡ ਦਾ ਰਸਤਾ ਬਣਾਉਣ ਦਾ ਯਤਨ ਕੀਤਾ, ਆਪਣੇ ਆਪ ਨੂੰ ਧੱਕੇ ਨਾਲ ਗੁਰੂ ਅਖਵਾਉਣ ਦਾ ਯਤਨ ਕੀਤਾ, ਜਦੋਂ ਉਹਨਾਂ ਕੋਲ ਕੋਈ ਰਿਹਾ ਨਾ ਤੇ ਉਹ ਗੁੱਸੇ 'ਚ ਭਰੇ ਪੀਤੇ ਤੇ ਇੱਥੋਂ ਤੱਕ ਕਿ ਧੀਰ ਮੱਲ ਦਾ ਜਿਹੜਾ ਮਸੰਦ ਸੀ, ਜਿਹਦਾ ਨਾਮ ਹੈ ਸੀਹਾ ਮਸੰਦ, ਉਹਨੇ ਸਤਿਗੁਰੂ ਤੇ ਗੋਲੀ ਚਲਾਤੀ, ਗੁਰੂ ਤੇਗ ਬਹਾਦਰ ਸਾਹਿਬ ਤੇ ਮਹਾਰਾਜ ਤੇ ਗੋਲੀ ਚਲਾ ਦਿੱਤੀ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਿਰ ਵੀ ਚੜ੍ਹਦੀ ਕਲਾ ਵਿੱਚ ਹਨ। ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਈ। ਮਹਾਰਾਜ ਪਾਤਸ਼ਾਹ ਦੇ ਸਿੱਖਾਂ ਨੇ ਇਸ ਗੱਲ ਨੂੰ ਰੋਸ ਵਿੱਚੋਂ ਉਹ ਧੀਰ ਮੱਲ ਦੇ ਡੇਰੇ 'ਤੇ ਹਮਲਾ ਕੀਤਾ ਤੇ ਸਤਿਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੇਖਿਆ ਕਿ ਜੋ ਸਾਜੋ ਸਮਾਨ ਸੀਆਂ ਮਸੰਦ ਲੁੱਟ ਕੇ ਲੈ ਗਿਆ ਸੀ ਉਹ ਸਾਰਾ ਵਾਪਸ ਲੈ ਆਂਦਾ, ਨਾਲ ਬੀੜ ਵੀ ਵਾਪਸ ਲੈ ਆਂਦੀ, ਪਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਬੀੜ ਵਾਪਸ ਕਰਵਾ ਦਿੱਤੀ। ਇਸ ਤਰ੍ਹਾਂ ਸਤਿਗੁਰੂ ਬਾਬੇ ਬਕਾਲੇ ਤੋਂ ਅੰਮ੍ਰਿਤਸਰ ਪਹੁੰਚ ਗਏ। ਅੰਮ੍ਰਿਤਸਰ ਸਤਿਗੁਰਾਂ ਨੂੰ ਦਰਸ਼ਨ ਨਹੀਂ ਕਰਨ ਦਿੱਤੇ। ਅੱਜ ਵੀ ਉਹ ਸਥਾਨ ਮੌਜੂਦ ਹੈ, ਥੜਾ ਸਾਹਿਬ ਜਿਹਨੂੰ ਕਹਿੰਦੇ, ਉੱਥੇ ਸਤਿਗੁਰੂ ਮਹਾਰਾਜ ਬੈਠੇ। ਹਰ ਜੀ ਆ ਕੇ ਮਿਲਿਆ ਸਤਿਗੁਰੂ ਮਹਾਰਾਜ ਜੀ ਨੂੰ ਤੇ ਫਿਰ ਸਤਿਗੁਰੂ ਜੀ ਪਿੰਡ ਘੁੱਕੇ ਵਾਲੀ ਚਲੇ ਗਏ। ਅੱਜ ਵੀ ਉਹ ਸਥਾਨ ਜਿੱਥੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਚਰਨ ਪਏ, ਉਸ ਅਸਥਾਨ ਨੂੰ ਗੁਰੂ ਕਾ ਬਾਗ ਕਿਹਾ ਜਾਂਦਾ ਹੈ। ਉਸ ਗੁਰੂ ਕੇ ਬਾਗ ਅਸਥਾਨ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੇ ਚਰਨ ਪਏ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਏ। ਸਤਿਗੁਰੂ ਪਾਤਸ਼ਾਹ ਦੀ ਯਾਦ ਵਿੱਚ ਅੱਜ ਵੀ ਗੁਰਦੁਆਰਾ ਮੌਜੂਦ ਹੈ। ਉਸ ਗੁਰਦੁਆਰੇ ਵਿੱਚ ਸਤਿਗੁਰੂ ਮਹਾਰਾਜ ਪਹੁੰਚੇ, ਉਸ ਅਸਥਾਨ 'ਤੇ ਪਹੁੰਚੇ। ਉੱਥੋਂ ਦੇ ਲੋਕਾਂ ਦਾ ਸਤਿਗੁਰੂ ਜੀ ਨੇ ਭਲਾ ਕੀਤਾ, ਧਰਮ ਪ੍ਰਚਾਰ ਦੇ ਰਾਹੀਂ ਲੋਕਾਂ ਨੂੰ ਸੁਚੱਜਾ ਗਿਆਨ ਕਰਵਾਇਆ, ਪਰਮੇਸ਼ਰ ਦੇ ਗੁਣ ਗਾਉਣ ਵਾਸਤੇ ਹਦਾਇਤ ਕੀਤੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉੱਥੋਂ ਫਿਰ ਸਾਹਿਬ ਪਾਤਸ਼ਾਹ ਜੀ ਚੱਲਦੇ ਚਲਾਉਂਦੇ ਸਾਹਿਬ ਜੀ ਨੇ ਫਿਰ ਧਾਰਮਿਕ ਯਾਤਰਾ ਆਰੰਭ ਕੀਤੀ। ਸਾਧ ਸੰਗਤ ਤੀਰਥਾਂ ਵੱਲ ਵੀ ਸਤਿਗੁਰੂ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੀਰਥਾਂ ਵੱਲ ਧਰਮ ਪ੍ਰਚਾਰ ਲਈ ਗਏ। ਔਰ ਇਹਦੇ ਪਿੱਛੇ ਜਦੋਂ ਅਸੀਂ ਵੇਖਦੇ ਹਾਂ ਬੜਾ ਵੱਡਾ ਕਾਰਨ ਹੈ। ਤੀਰਥਾਂ ਵੱਲ ਜਾਣ ਦਾ ਕਾਰਨ ਕੀ ਹੋਵੇਗਾ? ਉਹਦੇ ਦੋ ਕਾਰਨ ਨੇ। ਇੱਕ ਤੇ ਔਰੰਗਜ਼ੇਬ ਵੱਲੋਂ ਅੱਤ ਦਾ ਅਤਿਆਚਾਰ ਦਾ ਸਿਸਟਮ ਭਾਰਤ ਦੇ ਵਿੱਚ ਚਲਾ ਰਿਹਾ ਸੀ। ਜ਼ੁਲਮ ਕਰਕੇ ਲੋਕ ਸਹਿਮੇ ਤੇ ਡਰੇ ਹੋਏ ਸਨ। ਗੁਰੂ ਸਾਹਿਬ ਉਹਨਾਂ ਨੂੰ ਦਿਲਾਸਾ ਦੇਣ ਲਈ ਤੀਰਥਾਂ ਵੱਲ ਗਏ। ਤੇ ਦੂਸਰਾ, ਸਤਿਗੁਰੂ ਮਹਾਰਾਜ ਜਿਹੜੇ ਲੋਕ ਭਰਮ ਵਿੱਚ ਪਏ, ਵਹਿਮਾਂ ਵਿੱਚ ਫਸੇ ਸਨ, ਉਹਨਾਂ ਦੇ ਵਹਿਮ ਤੇ ਭਰਮ ਦੂਰ ਕਰਕੇ ਉਹਨਾਂ ਨੂੰ ਅਸਲੀ ਤੀਰਥ ਨਾਲ ਜੋੜਨ ਵਾਸਤੇ ਸਤਿਗੁਰੂ ਮਹਾਰਾਜ ਸੁਨੇਹਾ ਦੇ ਰਹੇ। ਸਤਿਗੁਰੂ ਮਹਾਰਾਜ ਜਗ੍ਹਾ ਜਗ੍ਹਾ ਪੁੱਜ ਕੇ ਉਹਨਾਂ ਨੂੰ ਧਰਵਾਸ ਵੀ ਦੇ ਰਹੇ ਆ, ਸਹੀ ਵਿਚਾਰ ਨਾਲ ਜੁੜ ਕੇ ਸਹੀ ਤਰੀਕੇ ਨਾਲ ਪ੍ਰਭੂ ਦੀ ਬੰਦਗੀ ਕਰ। ਤੇ ਇਹ ਸੁਨੇਹਾ ਲਾਉਂਦਿਆਂ ਹੋਇਆਂ ਨਾਲ ਦੀ ਨਾਲ ਦਿਲਾਸਾ ਦੇ ਰਹੇ ਆ ਕਿ ਔਰੰਗਜ਼ੇਬ ਦੇ ਤਸ਼ੱਦਦ ਤੋਂ ਡਰਨ ਦੀ ਲੋੜ ਨਹੀਂ। ਗੁਰੂ ਨਾਨਕ ਦਾ ਘਰ ਜਿਉਂਦਾ ਏ। ਗੁਰੂ ਨਾਨਕ ਦੇ ਘਰ ਵਿੱਚ ਗੁਰੂ ਨਾਨਕ ਦੀ ਸ਼ਰਨ ਵਿੱਚ ਜਿਹੜਾ ਆਏਗਾ ਉਹਦੀ ਬਾਂਹ ਪਕੜੀ ਜਾਏਗੀ, ਸੱਚਮੁੱਚ ਉਹਦੀ ਲਾਜ ਰੱਖੀ ਜਾਏਗੀ। ਤੇ ਗੁਰਮੁਖੋ ਇਹ ਧਰਵਾਸ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪੈਣ, ਉਹਨਾਂ ਦੇ ਦਿਲ ਵਿੱਚ ਵਿਸ਼ਵਾਸ ਵੱਧ ਜਾਂਦਾ ਸੀ। ਉਹ ਕਿ ਇਹ ਵਿਸ਼ਵਾਸ ਵੱਧ ਜਾਂਦਾ ਸੀ ਸਾਡਾ ਕੋਈ ਹੈ, ਸਾਡਾ ਕੋਈ ਬਾਂਹ ਫੜਨ ਵਾਲਾ ਹੈ। ਇਹ ਔਰੰਗਜ਼ੇਬ ਦੇ ਤਸ਼ੱਦਦ ਜਿਹੜਾ ਹੋ ਰਿਹਾ ਹੈ, ਉਸ ਤਸ਼ੱਦਦ ਤੋਂ ਲੋਕ ਸਹਿਮੇ ਤੇ ਡਰੇ ਹੋਏ ਸਨ। ਮਹਾਰਾਜ ਨੇ ਸੁਨੇਹਾ ਦਿੱਤਾ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਣ, ਨਾ ਆਪ ਡਰੋ ਨਾ ਅਵਰ ਡਰਾਓ। ਇਹੋ ਜਿਹਾ ਸੁਨੇਹਾ ਦਿੱਤਾ, ਨਾ ਆਪ ਡਰਨਾ ਨਾ ਦੂਜੇ ਨੂੰ ਡਰਾਉਣਾ ਹੈ। ਗੁਰਮੁਖੋ ਉੱਥੋਂ ਫਿਰ ਸਤਿਗੁਰੂ ਮਹਾਰਾਜ ਚੱਲਦੇ ਚਲਾਉਂਦੇ, ਜਦੋਂ ਅਸੀਂ ਪੜ੍ਹਦੇ ਹਾਂ ਕਿ ਸਤਿਗੁਰੂ ਮਹਾਰਾਜ ਪਟਨੇ ਦੀ ਧਰਤੀ ਦੇ ਉੱਤੇ ਆਪਣੇ ਪਰਿਵਾਰ ਨੂੰ ਛੱਡਦੇ ਆ। ਮਹਾਰਾਜ ਪਾਤਸ਼ਾਹ ਜੀ ਪਰਿਵਾਰ ਦੇ ਵਿੱਚ ਮਾਮਾ ਕਿਰਪਾਲ ਚੰਦ ਨੂੰ ਉੱਥੇ, ਮਾਤਾ ਗੁਜਰ ਕੌਰ ਦੇ ਕੋਲ, ਅਤੇ ਨਾਲ ਭਾਈ ਦਿਆਲ ਦਾਸ ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਭਾਈ ਦਿਆਲਾ ਜੀ ਕਹਿੰਦੇ, ਉਸ ਪਟਨੇ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਉੱਥੇ ਛੱਡ ਕੇ ਆਪ ਅਸਾਮ ਦੀ ਧਰਤੀ ਤੇ ਧਰਮ ਪ੍ਰਚਾਰ ਲਈ ਕੁਝ ਸਿੱਖਾਂ ਨੂੰ ਨਾਲ ਲੈ ਕੇ ਚਲੇ ਜਾਂਦੇ। ਉਸ ਅਸਾਮ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਪੁੱਜੇ। ਢਾਕੇ ਦੇ ਵਿੱਚ ਸਤਿਗੁਰੂ ਮਹਾਰਾਜ ਰਹੇ। ਸਾਹਿਬ ਪਾਤਸ਼ਾਹ ਜੀ ਜਿਸ ਸਮੇਂ ਢਾਕੇ ਵਿੱਚ ਵਿਚਰ ਰਹੇ ਆ, ਇੱਕ ਸਿੱਖ ਦਾ ਸੁਨੇਹਾ ਪਟਨੇ ਦੀ ਧਰਤੀ ਤੋਂ ਆਇਆ ਕਿ ਤੁਹਾਡੇ ਘਰ ਇੱਕ ਬੱਚੇ ਨੇ ਜਨਮ ਲਿਆ, ਪ੍ਰਕਾਸ਼ ਹੋਇਆ। ਉਸ ਸਮੇਂ
सतगुरु महाराज अत प्रसन्न हुंदियां नाम दिता गोबिंद राय। गोबिंद राय नाम पिया। बच्चे का नाम हुक्मनामे के रूप में सतगुरु ने भेजिया। कुछ हदायतां भी लिख के भेजियां। गुरु गोबिंद सिंह महाराज का पहला नाम गोबिंद राय है। गोबिंद राय के रूप में सतगुरु महाराज जदों बचपन विच पटने की धरती ते विचर रहे हैं, अजे तक गुरु तेग बहादुर साहब ने अपने पुत्र के दीदार नहीं किए, अपने पुत्र के दर्शन नहीं किए। साहब आसाम की धरती तो आए। महाराज ने जिस समय असी पढ़ते हाँ कि माखोवाल की जगह नूं खरीदिया, पहाड़ी राजियां कोलों माखोवाल की जगह खरीद के सतगुरु महाराज उस जगह का नाम बदल के अपनी माता गुरु हरगोबिंद साहब महाराज की सुपत्नी माता नानकी जी के नाम के उत्ते उसका नामकरण करते आ। चक नानकी नाम रखा जाता है। उस अस्थान तो सतगुरु महाराज पातशाह जी धर्म प्रचार लिए जाते रहे। कुछ महीनों बाद महाराज ने भाई दयाल दास ते मामा कृपाल चंद नूं सुनेहा भेजिया कि परिवार नूं पटने तो हुण तुसीं चक नानकी लै आओ। चक नानकी जदों परिवार पुज्जिया, सिख संगतां दा इकट्ठ होया, क्योंकि पंजाब की धरती ते भी पहली बार गोबिंद राय जी दे दर्शन करने सन सिख संगतां ने। उस समय गुरमुखो सतगुरु गुरु तेग बहादुर साहब महाराज तखत ते विराजमान हन ते उस समय चक नानकी च पहली बार पैर पए गोबिंद राय जी दे ते आण के सतगुरु पातशाह जी नूं नमस्कार कीती। गुरु तेग बहादुर साहब ने इक्को ही सवाल किया, गुरु समझ के मत्था टेक रहे जे, नमस्कार कर रहे जे जां पिता समझ के? ते साध संगत जवाब आया, आनंद पाया मेरी माए सतगुरु मैं पाया। बाणी की पंक्ति गुरु गोबिंद सिंह महाराज ने गोबिंद राय जी ने पढ़ दी। जदों बाणी की पंक्ति पढ़ी तो उस समय सतगुरु धन गुरु तेग बहादुर महाराज अत प्रसन्न होए। पता लग गया कि गुरु समझ के नमस्कार कर रहे हैं। सिख संगतां भी बहुत अत प्रसन्न होईयां। उस जगह का नाम साध संगत आनंदपुर साहब पै गया। आनंदपुर साहब की धरती जिहदा नाम पहला चक नानकी है, उहदा पहला नाम माखोवाल है, पर गुरु गोबिंद सिंह महाराज दे पहली बार चरण पैण नाल उहदा नाम आनंदपुर साहब पै गया। आनंदां दी पुरी दा वासी अज उस आनंदपुर साहब की धरती ते आ गया। गुरमुखो ये गुरु तेग बहादुर साहब जी का इतिहास जिहदे विच असी सतगुरु महाराज के प्रकाश तो लैके ते आनंदपुर साहब की धरती चक नानकी अस्थान तक का समुचा इतिहास विचारन की कोशिश की। कल दे दीवान विच असी सतगुरु धन गुरु तेग बहादुर साहब जी के जीवन दे विच शहादत अते उस समय के समुचे बरतांत नूं कथा के रूप में विचारन की कोशिश करांगे। आओ गुरु वाले बणीए, गुरु वाले मकसद नूं अपने जीवन में गुरु की सिक्ख्या नूं धारण करिए, गुरु की विचार नूं अपने जीवन में लैके आईए, ताकि गुरु तेग बहादुर साहब जी दीयां बाणी विचलियां जिहड़ियां सिक्ख्यावां ने वो साडे जीवन का आधार बन जाण। असीं भी गुरु साहब जी का यह सुनेहा प्राप्त कर लीए, क्योंकि महाराज का सुनेहा है, भाई जीवन व्यर्थ ना गवा, गुण गोबिंद गायो नहीं, जन्म अकार्थ कीन, इस करके अपना जन्म व्यर्थ ना गवा। परमेश्वर की इबादत कर, प्रभु की बंदगी कर, परमात्मा की इबादत विच जुड़ ते सरबत दे भले दी भी सोच अपने मन विच धारण करन। अनेक प्रकार दीयां भुल्लां गलतियां हो गईयां, आप सरबत संगतां बख्शण योग हो। एक बाणी चैनल की समुची टीम का धन्नवाद ਜਿਹੜੇ आप ਸਰਬੱਤ ਸੰਗਤਾਂ ਦੇ ਸਨਮੁਖ सेवा करन ਦਾ ਇਹ मौका ਬਖਸ਼ਦੇ ਹਨ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।